देश दुनिया च बसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। शायद ही पंजाब विच इस तो पहला कदे इहो जिहे हालात बने होण जदों दो वड्डियां पार्टियां जिहड़ियां उत्तर काटो मैचड़ां दी राजनीति करदियां आईयां होण, इक्को ही मसले च एक दूजे तो वध फसियां महसूस कर रही होण। बेअदबी मामलिਆਂ ਤੋਂ ਬਾਅਦ ਦੀਆਂ ਘਟਨਾਵਾਂ ਬਹਿਬਲ ਕਲਾਂ ਤੇ ਕੋਟਕਪੂਰੇ ਨੂੰ ਲੈ ਕੇ SIT ਦੀ ਜਾਂਚ ਰਿਪੋਰਟ ਖਾਰਜ ਕਰ ਦੇਣ ਤੋਂ ਬਾਅਦ ਜਿੱਦਾਂ ਕਾਲੇ ਕਦਮੀ ਅਕਾਲੀ ਦਲ ਉਹਨੂੰ ਵੈਲਕਮ ਕਹਿਣ ਤੁਰਿਆ, ਇੰਜ ਲੱਗਿਆ ਜਿਵੇਂ ਸਭ ਤੋਂ ਵੱਡੀ ਪਿਛਲ ਛਾਲ ਮਾਰ ਗਿਆ। ਦੂਜੇ ਬੰਨੇ ਤੁਰੰਤ ਪ੍ਰਭਾਵ ਨਾਲ ਸਰਕਾਰ ਵੱਲੋਂ ਇਸ ਕਾਰਵਾਈ ਦੇ ਉੱਤੇ ਕੋਈ ਐਕਸ਼ਨ ਨਾ ਲੈਣਾ ਸ਼ਾਇਦ ਸਰਕਾਰ ਨੂੰ ਡੈਮੇਜ ਕਿੰਨਾ ਵੱਡਾ ਹੋਊਗਾ ਅੰਦਾਜ਼ਾ ਹੀ ਨਹੀਂ ਸੀ। ਵੈਸੇ ਤੇ ਦੋਨਾਂ ਪਾਰਟੀਆਂ ਦੀ ਹਾਲਤ ਇਹ ਹੋਈ ਆ ਜੀ ਕਿ ਉਹ ਕਹਿੰਦੇ ਹੁਣ ਆਪਣਾ ਘਰ ਬਚਾਓ, ਦੂਜੇ ਦੇ ਘਰ ਲੱਗੀ ਵੱਲ ਨਾ ਦੇਖੋ। ਬਸ ਇਸੇ ਹੀ ਸਿਲਸਿਲੇ ਦੇ ਵਿੱਚ ਬੀਤੇ ਕੱਲ ਮੁੱਖ ਮੰਤਰੀ ਨੇ ਆਪਣੇ ਫਾਰਮ ਹਾਊਸ ਸਿਸਵਾ 'ਚ ਹਾਈ ਪ੍ਰੋਫਾਈਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਅਖਬਾਰਾਂ ਨੇ ਤਰਦੀ ਖਬਰ ਦਿੱਤੀ ਹੈ, ਲੇਕਿਨ ਸਾਡੇ ਸਰੋਤ ਪੁਖਤਾ ਕਰਦੇ ਆ ਕਿ ਉਹ ਹੰਗਾਮੀ ਮੀਟਿੰਗ ਸੱਚਮੁੱਚ ਹੰਗਾਮਿਆਂ ਵਾਲੀ ਸੀ। ਤੇ ਦੂਜੇ ਬੰਨੇ ਇਹ ਤਿੰਨ ਸਵਾਲ ਵੱਡੇ ਖੜੇ ਕਰ ਗਈ। ਸਭ ਤੋਂ ਪਹਿਲਾਂ ਕਿ ਤੁਰੰਤ ਕੋਈ ਵੱਡਾ ਐਕਸ਼ਨ ਕਿਉਂ ਨਹੀਂ ਐਲਾਨਿਆ ਗਿਆ। ਦੂਜਾ ਸਵਾਲ ਖੜਾ ਹੋਇਆ ਕਿ ਕੀ ਹਾਈ ਕੋਰਟ 'ਚ ਚੱਲਦੀ ਬਹਿਸ ਦੌਰਾਨ ਜਦੋਂ ਮਾਣਯੋਗ ਜੱਜ ਨੇ ਇਹ ਗੱਲ ਕਹੀ ਕਿ ਤਿੰਨ ਬਦਲਾਂ ਚੋਂ ਇੱਕ ਬਦਲ ਚੁਣਨਾ ਪੈਣਾ ਤੇ ਤੁਰੰਤ ਐਡਵੋਕੇਸੀ ਕਰ ਰਹੇ ਵਕੀਲ ਵੱਲੋਂ ਇੱਕ ਈਮੇਲ ਭੇਜੀ ਗਈ ਪ੍ਰਸ਼ਾਸਨਿਕ ਹਲਕਿਆਂ 'ਚ ਚਰਚਾ ਦਾ ਵਿਸ਼ਾ ਹੈ ਕਿ ਕਿਹੜਾ ਆਫਰ ਐਕਸੈਪਟ ਕਰਨਾ ਹੈ ਜਾਂ ਨਹੀਂ ਕਰਨਾ। ਔਰ ਉਹ ਕਿਹੜਾ ਪ੍ਰਸ਼ਾਸਨਿਕ ਅਧਿਕਾਰੀ ਸੀ ਜਿਨ ਇਹ ਚੋਣ ਕੀਤੀ ਜਾਂ ਸੁਝਾਅ ਦਿੱਤਾ ਕਿ ਆਹ ਫੈਸਲਾ ਲੈ ਲਿਆ ਜਾਵੇ। ਉਹ ਈਮੇਲ ਤੋਂ ਬਾਅਦ ਜਵਾਬ ਦੇ ਵਿੱਚ SIT ਨਵੀਂ ਬਣਾਉਣ ਦੀ ਗੱਲ ਹੋਈ ਤੇ ਉਹ SIT ਨਵੀਂ ਬਣਾਉਣ ਦੀ ਗੱਲ ਕੋਰਟ 'ਚ ਕਹਿਤੀ ਗਈ। ਜਦੋਂ ਗਵਰਨਮੈਂਟ ਕੋਰਟ 'ਚ ਮੰਨ ਆਈ, ਜੱਜਮੈਂਟ ਨੂੰ ਇੱਕ ਤਰ੍ਹਾਂ ਨਾਲ ਮੰਨ ਆਈ, ਜੱਜ ਦੀ ਪ੍ਰਪੋਜ਼ਲ ਨੂੰ ਮੰਨ ਆਈ, ਫਿਰ ਉਸ ਤੋਂ ਬਾਅਦ ਉਹ ਅਗਲੇ ਬਦਲਾਂ ਲਈ ਕਿਵੇਂ ਤੁਰ ਸਕਦੀ, ਇਹ ਸਵਾਲ ਉੱਠਦਾ ਰਿਹਾ। ਹਾਂ, ਫਿਰ ਇਹ ਵੀ ਪੁੱਛਿਆ ਗਿਆ ਕਿ ਜਦੋਂ ਤੁਸੀਂ ਇੱਕ ਵਾਰੀ ਮੰਨ ਲਿਆ ਕਿ ਅਸੀਂ SIT ਨਵੀਂ ਬਣਾ ਦਾਂਗੇ, ਹੁਣ ਸੁਪਰੀਮ ਕੋਰਟ ਵਿੱਚ ਜਾਣ ਦੇ ਦਾਅਵਿਆਂ ਦਾ ਕੀ ਅਰਥ ਰਹਿ ਜਾਂਦਾ ਫਿਰ। ਦੂਜਾ ਸਵਾਲ ਜ਼ੋਰ ਸ਼ੋਰ ਨਾਲ ਇਹ ਮਸਲਾ ਉੱਠਿਆ ਕਿ ਜਦੋਂ SIT ਦੇ ਮੈਂਬਰਾਂ ਵਿੱਚ ਲਗਾਤਾਰ ਕਸ਼ਮਕਸ਼ ਹੁੰਦੀ ਰਹੀ ਫਰੋਮ ਦਾ ਵੈਰੀ ਬਿਗਨਿੰਗ, ਸ਼ੁਰੂਆਤ ਤੋਂ ਲੈ ਕੇ ਕੁੰਵਰ ਵਿਜੇ ਪ੍ਰਤਾਪ ਜਿਹੜੇ ADGP ਸੀ, ਉਸ ਤੋਂ ਬਾਅਦ ਜਿਹੜੇ SP ਦਾ SSP ਰੈਂਕ ਦੇ ਅਧਿਕਾਰੀ ਸੀ, ਜਦੋਂ ਉਹਨਾਂ ਦੇ ਵਿੱਚ ਰਫੜ ਪੈਂਦਾ ਰਿਹਾ ਕਿਤੇ, ਉਦੋਂ ਸਰਕਾਰੀ ਪੱਧਰ ਦੇ ਉੱਤੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਦਖਲ ਕਿਉਂ ਨਾ ਦਿੱਤਾ ਗਿਆ। ਸਮਾਂ ਰਹਿੰਦਿਆਂ SIT ਦੇ ਮਸਲੇ ਨਿਬੇੜੇ ਕਿਉਂ ਨਾ ਗਏ। ਸਮਾਂ ਰਹਿੰਦਿਆਂ ਇਸ ਜਾਂਚ ਨੂੰ ਚੈੱਕ ਕਿਉਂ ਨਾ ਰੱਖਿਆ ਗਿਆ। ਸਰਕਾਰ ਜਿਹੜੀ ਸੀ ਉਹ ਤਮਾਸ਼ਬੀਨ ਕਿਉਂ ਬਣੀ ਰਹੀ। ਜੇ ਉਦੋਂ ਨਿਬੇੜ ਦਿੰਦੀ ਤੇ ਫਿਰ ਇਹ ਜਿਹੜੀ ਆਖਰੀ ਘੜੀ ਹੈ, ਜਿਹੜੀ 10ਵੀਂ ਚਾਰਜਸ਼ੀਟ ਦੀ ਅਸੀਂ ਗੱਲ ਕਰਦੇ ਰਹੇ ਹਾਂ, ਉਹ ਕਿਉਂ ਰੁਕ ਗਈ। ਇਹ ਵੀ ਵੱਡਾ ਸਵਾਲ ਹੈ ਕਿ 9 ਚਾਰਜਸ਼ੀਟ ਸਿੱਧੀਆਂ ਦਾਖਲ ਕਰਤੀਆਂ ਗਈਆਂ, 10ਵੀਂ ਲਈ ਕਿਸ ਪੱਧਰ ਤੇ ਪ੍ਰਵਾਨਗੀ ਲੈਣ ਲਈ ਕਿਸ ਅਧਿਕਾਰੀ ਨੂੰ ਉਹ ਚਾਰਜਸ਼ੀਟ ਭੇਜੀ ਗਈ, ਪੜ੍ਹਨ ਲਈ ਭੇਜੀ ਗਈ, ਕਾਨੂੰਨੀ ਸਲਾਹ ਲੈਣ ਲਈ ਭੇਜੀ ਗਈ, ਸਰਕਾਰ ਦੀ ਸਹਿਮਤੀ ਲੈਣ ਲਈ ਭੇਜੀ ਗਈ, ਤੇ ਫਿਰ ਉਹ ਕਿੰਨੀ ਤੋਂ ਕਿੰਨੀ ਤਰੀਕ ਤੱਕ ਰਾਹਾਂ 'ਚ ਪਈ ਰਹੀ ਕਿ ਚਾਰਜਸ਼ੀਟ ਫਰੀਦਕੋਟ ਦੀ ਅਦਾਲਤ 'ਚ ਦਾਖਲ ਹੋਣ ਤੋਂ ਪਹਿਲਾਂ ਹਾਈ ਕੋਰਟ ਦਾ ਸਖਤ ਫੈਸਲਾ ਆ ਗਿਆ ਤੇ ਉਹ ਘੱਟੇ ਕੌਡੀਆਂ ਰੁਲ ਗਈ। ਇਹ ਤਾਂ ਸੀ ਉਹ ਸਵਾਲ ਜਿਹੜੇ ਟੈਕਨੀਕਲੀ ਪੁੱਛੇ ਗਏ ਜਾਂ ਬਹਿਸ ਵਿੱਚ ਆਏ, ਲੇਕਿਨ ਥੋੜੀ ਤਲਖ ਭਾਸ਼ਾ ਦੇ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਇਹ ਵੀ ਕਹਿੰਦੇ ਆ ਕਿ ਮੈਂ ਹਲਕੇ ਵੱਲੋਂ ਆਇਆ। ਲੋਕ ਪੁੱਛਦੇ ਆ ਇਹ ਰਲੇ ਹੋਏ ਕਿੱਦਾਂ ਨਹੀਂ। ਇਸ ਗੱਲ ਦਾ ਜਵਾਬ ਕੀ ਦਈਏ। ਕਾਂਗਰਸ ਦੇ ਪ੍ਰਧਾਨ ਨੇ ਗੱਲ ਉਠਾਈ ਕਿ ਤੁਸੀਂ ਨਹੀਂ ਰਲੇ, ਤੁਸੀਂ ਇਮਾਨਦਾਰ ਹੋ, ਸੁਹਿਰਦ ਹੋ, ਠੀਕ ਹੈ, ਲੋਕ ਕਹਿ ਰਹੇ ਆ। ਲੋਕਾਂ ਦਾ ਜਵਾਬ ਦੇਣ ਲਈ ਰਾਹ ਕੀ ਆ। ਦੇਖੋ ਸਵਾਲ ਤੇ ਫਿਰ ਉੱਥੇ ਆ ਗਿਆ ਕਿ ਜਿਹੜੇ ਦੂਸਰੇ ਨਾਲ MLA ਹੋਰ ਨੇ ਉਹ ਕੀ ਕਹਿ ਰਹੇ ਨੇ। ਉਹ ਕਹਿ ਰਹੇ ਕਿ ਅਸੀਂ ਤੇ ਲੋਕਾਂ ਨੂੰ ਇਹ ਤਕਨੀਕੀ ਨੁਕਤੇ ਸਾਨੂੰ ਨਾ ਦੱਸੋ, ਲੋਕੀ ਤੇ ਠਾਹ ਛੋਟਾ ਮੰਗਦੇ ਜੇ। ਅਗਲੇ ਵੀ ਕਿਹਾ ਸੀ ਨਾ ਕਿ ਸਾਡੇ ਕੋਲ ਤਕਨੀਕੀ ਨੁਕਤੇ ਆ ਸੀ। ਉਹ ਕਹਿੰਦੇ ਜੀ ਲੋਕ ਨਹੀਂ ਤਕਨੀਕੀ ਨੁਕਤਾ ਸਮਝਦੇ, ਬਸ ਸਮਝ ਲਓ ਉਹ ਸਿੱਧੀ ਠੇਠ ਭਾਸ਼ਾ ਗੱਲ ਸੁਣਦੇ ਜੇ। ਤੇ ਇਸ ਤੋਂ ਅਗਲੀ ਗੱਲ, ਸੁਖਜਿੰਦਰ ਸਿੰਘ ਸੁਖੀ ਰੰਧਾਵਾ ਲਗਾਤਾਰ
ਲਗਾਤਾਰ ਤਲਖੀ 'ਚ ਰਹੇ, ਲਗਾਤਾਰ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਿ ਜ਼ਿੰਮੇਵਾਰ ਲੋਕਾਂ ਤੇ ਐਕਸ਼ਨ ਲਏ ਬਿਨਾਂ ਖਲਾਸੀ ਕਿਵੇਂ ਹੋਊਗੀ। ਜੋ ਹਾਈ ਕੋਰਟ 'ਚ ਫੈਸਲੇ ਆਏ, ਜਿਹੜੇ ਵੀ ਚਿਹਰੇ ਵਿਖਾਤੇ ਗਏ ਆ, ਜੇ ਇਸ ਤੋਂ ਵੱਡਾ ਐਕਸ਼ਨ ਨਹੀਂ ਲਿਆ ਜਾਂਦਾ ਤੇ ਸਰਵਾਈਵਲ ਕਿੱਥੇ ਆ? ਕਿਉਂ ਨਾ ਜ਼ਿੰਮੇਵਾਰ ਲੋਕਾਂ ਨੂੰ ਜ਼ਰੂਰ ਕੋਈ ਨਾ ਕੋਈ ਪਨਿਸ਼ ਕੀਤਾ ਜਾਵੇ। ਔਰ ਕਿੱਕੀ ਢਿੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਉਦਾਹਰਨਾਂ ਦੇ ਕੇ ਸਪਸ਼ਟ ਕਰਦੇ ਰਹੇ। ਕਹਿੰਦੇ ਇਹ ਵੀ ਕਿਹਾ ਗਿਆ, ਆਪਣਾ ਇੱਕ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਢਿੱਲੋਂ ਸਾਹਿਬ, ਰੰਧਾਵਾ ਸਾਹਿਬ, ਤੁਸੀਂ ਹੌਟ ਸੀਟ ਤੇ ਹੋ, ਸੀਟ ਬਦਲ ਦਈਏ ਨਾ। ਗੱਲ ਇਹ ਨਹੀਂ ਹੋਈ। ਇੱਕ ਸੀਨੀਅਰ ਮੰਤਰੀ ਨੇ ਇਹ ਗੱਲ ਕਹੀ ਕਿ ਪਿਛਲੀਆਂ ਗੱਲਾਂ ਛੱਡੋ। ਅੱਛਾ। ਤੇ ਸੁਣਿਆ ਵੀ ਸੀਨੀਅਰ ਦੂਜੇ ਮੰਤਰੀ ਨੇ ਕਿਹਾ ਕਿ ਫਿਰ ਮੀਟਿੰਗ ਅਗਲੀ ਵਾਰੀ ਰੱਖ ਲਾਂਗੇ ਜਦੋਂ ਤੁਹਾਡੇ ਕੋਲ ਸਮਾਂ ਹੋਊ ਸੁਣਨ ਦਾ। ਮਤਲਬ ਗੱਲ ਸੱਚ ਸੁਣਨ ਦਾ ਵੀ ਸਮਾਂ ਬਹੁਤਿਆਂ ਕੋਲ ਨਹੀਂ ਸੀ ਕੱਲ। ਲੇਕਿਨ ਨਹੀਂ, ਇਹ ਵੀ ਪਤਾ ਹੈ ਕਿ ਜਿਹੜੇ ਰਾਹ ਤੇ ਪੈ ਗਏ ਆ, ਇੱਥੇ ਡੈਮੇਜ ਕੰਟਰੋਲ ਨਹੀਂ, ਇੱਥੇ ਤਾਂ ਐਕਸ਼ਨ ਚ ਆਉਣਾ ਪੈਣਾ। ਇਹ ਵੀ ਗੱਲ ਹੋਈ ਕਿ ਐਸਆਈਟੀ ਜੇ ਤੁਰੰਤ ਨਵੀਂ ਬਣਾਈ ਜਾਵੇ, ਕਿਸ ਅਫਸਰ ਦੀ ਅਗਵਾਈ ਚ ਬਣਾਈ ਜਾਵੇ, ਜੇ ਐਸਆਈਟੀ ਬਣਾਈ ਜਾਵੇ ਉਹਨੂੰ ਕਿੰਨਾ ਸਮਾਂ ਦਿੱਤਾ ਜਾਵੇ ਤਾਂ ਕਿ ਮੁੜ ਕੇ ਚਾਰਜਸ਼ੀਟ ਦਾਖਲ ਕੀਤੀ ਜਾਵੇ। ਯਕੀਨ ਕੌਣ ਕਰੇ? ਸਭ ਤੋਂ ਅਹਿਮ ਹੈ ਕਿ ਜਿਸ ਪੜਾਅ ਚੋਂ ਇਹ ਐਸਆਈਟੀ ਲੰਘੀ ਹੈ, ਜੋ ਦੋਸ਼ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਨਤਕ ਤੌਰ ਤੇ ਕਹਿਤੇ ਆ ਕਿ ਮੇਰਾ ਰਾਹ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਔਰ ਵਿਰੋਧੀ ਲੋਕ ਸਫਲ ਹੋ ਗਏ। ਹੁਣ ਇਸ ਗੱਲ ਨੂੰ ਕੌਣ ਯਕੀਨੀ ਬਣਾਏਗਾ ਕਿ ਜਿਹੜੀ ਨਵੀਂ ਐਸਆਈਟੀ ਆਏਗੀ ਉਹ ਬਿਲਕੁਲ ਨਿਸ਼ਚਿੰਤ ਹੋ ਕੇ ਗਾਂ ਵਜੇਗੀ? ਬਹੁਤ ਬਰੀਕ ਵਰਤਾਰਾ ਹੈ, ਮਹੀਨ ਵਰਤਾਰਾ ਹੈ ਕਿ ਆਖਰ ਸਭ ਕੁਝ ਵਾਪਰਦਾ ਰਿਹਾ ਔਰ ਇੱਥੋਂ ਤੱਕ ਵਾਪਰ ਗਿਆ ਕਿ 4 ਸਾਲ ਦੀ ਕੀਤੀ ਹੋਈ ਮਿਹਨਤ, 3 ਸਾਲ ਦੀ ਕੀਤੀ ਹੋਈ ਐਸਆਈਟੀ ਮਿਹਨਤ ਪਾਣੀ 'ਚ ਜਾਂਦੀ ਤੇ ਸੀ। ਇੱਕ ਨੁਕਤਾ ਉਭਾਰਿਆ ਗਿਆ ਔਰ ਉਹ ਨੁਕਤਾ 1 ਨਹੀਂ 2 ਨਹੀਂ 3 ਪੱਧਰ ਤੇ ਉਭਾਰਿਆ ਗਿਆ ਕਿ ਸਭ ਤੋਂ ਜ਼ਿਆਦਾ ਟਾਰਗੇਟ ਹੋਈ ਆ 2 FIRs ਇੱਕੋ ਮਾਮਲੇ 'ਚ। ਹਾਈ ਕੋਰਟ ਦੇ ਵਿੱਚ ਇੱਕੋ ਮਾਮਲੇ 'ਚ 2 FIRs ਟੈਕਨੀਕਲੀ ਗਲਤ ਸੀ। ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਉੱਥੇ ਗੱਲ ਕੀਤੀ, ਜਿਹੜੀ ਪੁਖਤਾ ਖਬਰ ਬਾਹਰ ਆ ਰਹੀ ਹੈ ਛਣ ਕੇ, ਕਿ ਕ੍ਰਾਸ FIR ਕਰਨ 'ਚ ਕੀ ਅਰਜ਼ ਸੀ। ਜੇਕਰ ਤੁਸੀਂ ਪਹਿਲੀ FIR ਹੋਈ ਸੀ ਤਾਂ ਉਹਦੇ ਉਹਨੂੰ ਹੀ ਕ੍ਰਾਸ ਪਰਚੇ 'ਚ ਪਾ ਲਿਆ ਜਾ। ਬਾਕੀ ਲੋਕਾਂ ਨੂੰ ਜੇ ਉਹਦੇ ਵਿੱਚ ਸ਼ਾਮਲ ਕਰਨਾ ਸੀ ਤਾਂ ਉਸ FIR ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਸੀ, ਕ੍ਰਾਸ ਪਰਚਾ ਬਣਾਇਆ ਜਾ ਸਕਦਾ ਸੀ। ਇੱਕੋ FIR ਦੇ ਵਿੱਚ ਕੁਝ ਨਵਾਂ ਸਭ ਗੱਲ ਤੇ ਰੰਧਾਵਾ ਸਾਹਿਬ ਫਿਰ ਉਹੀ ਹੋਗੀ ਕਿ ਜਦੋਂ ਅੰਦਰ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਰਮਿਆਨ ਜਾਂ ਜਿਹੜੇ ਲੋਕ ਸਰਕਾਰ ਦੇ ਵਿੱਚ ਬੈਠੇ ਨੇ, ਚਾਹੇ ਉਹ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਹੋਣ, ਔਰ ਤੀਸਰਾ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ, ਅਗਰ ਤਿੰਨਾਂ ਦੇ ਦਰਮਿਆਨ ਆਪਸੀ ਤਾਲਮੇਲ ਦੀ ਕਿਤੇ ਘਾਟ ਰਹਿ ਗਈ ਆ ਤੇ ਫਿਰ ਇਹੋ ਜਿਹੀਆਂ ਗਲਤੀਆਂ ਹੋਣੀਆਂ ਸੁਭਾਵਿਕ ਸਨ। ਬਿਲਕੁਲ ਠੀਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਹੱਮਲ ਨਾਲ ਸਾਰਾ ਕੁਝ ਸੁਣਦੇ ਰਹੇ, ਉਹਨਾਂ ਕਿਧਰੇ ਰਿਐਕਟ ਨਹੀਂ ਕੀਤਾ, ਸਿਰਫ ਇੰਨਾ ਹੀ ਕਹਿ ਕੇ ਕਿ ਕੁਝ ਜਗ੍ਹਾ ਹੌਟ ਸੀਟ ਵਰਗੀਆਂ ਨੇ ਤੇ ਉੱਥੇ ਥੋੜਾ ਜਿਹਾ ਲਾਈਟ ਮਾਹੌਲ ਹੋਇਆ ਉਦੋਂ। ਇਸ ਤੋਂ ਅੱਗੇ ਕੈਪਟਨ ਸੰਦੀਪ ਸੰਧੂ, ਜਿਹੜੇ ਕਿ ਸਿਆਸੀ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਸਹੀ ਰਾਏ ਦਿੱਤੀ, ਮੈਂ ਐਪਰੀਸ਼ੀਏਟ ਕਰੂੰਗਾ। ਉਹਨਾਂ ਨੇ ਇਹ ਨੁਕਤਾ ਕਿਤੇ ਉਭਾਰਿਆ ਕਿ ਮੈਂ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦੇ ਕੇ ਆਇਆ। ਜੇ ਲੋਕਾਂ ਦੀ ਰਾਏ ਜਾਣਨੀ ਆ ਤੇ ਥੱਲੇ ਕਮੈਂਟ ਬਾਕਸ ਚ ਪੜ ਲਓ, ਕਮੈਂਟ ਪੜ ਲੈ ਜਾ, ਥੱਲੇ ਕਮੈਂਟ ਬਾਕਸ ਵਿੱਚ ਜਾ ਕੇ ਦੇਖ। ਸਬੂਤ ਦੇਤਾ ਵੀ ਇਹ ਕੋਈ ਜ਼ੁਬਾਨੀ ਕਲਾਮੀ ਗੱਲ ਨਹੀਂ ਹੈ, ਸਬੂਤ ਸਾਹਮਣੇ ਜੇ ਅਸਲੇ ਔਨ ਰਿਕਾਰਡ ਨੇ, ਤੁਸੀਂ ਪੜ ਲਓ। ਇੱਕ ਹੋਰ ਸਵਾਲ, ਫਰੀਦਕੋਟੀਆ ਬਾਈ ਹੈ ਕਿੱਕੀ ਢਿੱਲੋਂ ਜੀ, ਉਹਨੇ ਲਾਈਟ ਮੂਡ ਦੇ ਵਿੱਚ ਇੱਕ ਕਹਾਣੀ ਸੁਣਾ ਕੱਢੀ। ਉਹ ਕਹਾਣੀ ਜਿਹੜੀ ਹੈ ਨਾ, ਉਹ ਵੈਸੇ ਬੜੀ ਵਾਰੀ ਸੁਣਾਈ ਜਾਂਦੀ ਹੈ। ਉਹਨਾਂ ਨੇ ਹੋਰ ਪਾਤਰ ਵਰਤੇ, ਮੈਂ ਹੋਰ ਪਾਤਰ ਵਰਤ ਰਿਹਾ। ਕਹਿੰਦੇ ਕਿ ਜਿਹੜਾ ਗਿੱਦੜ ਸੀ ਉਹ ਸ਼ੇਰ ਵੱਲ ਵੇਖਦਾ ਸੀ ਵੀ ਸ਼ਿਕਾਰ ਕਿੱਦਾਂ ਹੋ ਰਿਹਾ। ਉਹ ਕਹਿੰਦੇ ਸ਼ੇਰ ਕਿਤੇ ਚਲੇ ਗਿਆ ਤੇ ਗਿੱਦੜ ਨੇ ਘਰ ਬੈਠਾ ਵਿਹਲਾ, ਕੰਮ ਤੇ ਕੋਈ ਨਹੀਂ, ਸ਼ਿਕਾਰ ਕਦੀ ਕੀਤਾ ਨਹੀਂ ਸੀ, ਤੇ ਗਿੱਦੜੀ ਕਹਿੰਦੀ ਹੈ ਵੀ ਚੱਲ 4 ਖਰਬੂਜੇ ਖਾਈਏ। ਕਹਿੰਦਾ ਗੱਲ ਹੀ ਕੋਈ ਨਹੀਂ, ਆਪਣੇ ਕੋਲ ਤੇ ਸਰਕਾਰ ਦਾ ਸਾਰਾ ਕੁਝ ਦਿੱਤਾ ਆ,
ਸਭ ਕੁਝ ਹੈਗਾ, ਸਰਦਾਰੀ ਆ, ਪਿੰਡ ਦੇ ਸਰਪੰਚ ਦਾ ਰੁੱਕਾ ਹੈ ਬਈ ਸ਼ੇਰ ਸਾਹਿਬ ਕਹਿ ਕੇ ਗਏ ਵੀ ਜੋ ਮਰਜ਼ੀ ਆ ਜੋ ਮਰਜ਼ੀ ਕਰ ਲਈ। ਜਦੋਂ ਕਹਿੰਦੇ ਖਰਬੂਜੇ ਖਾਣ ਨਿਕਲੇ ਤੇ ਜੱਟ ਕੁੱਤੇ ਛੱਡ ਦਿੱਤੇ। ਅੱਛਾ, ਉਹ ਕਵੇ ਵੀ ਇਹਨਾਂ ਨੂੰ ਰੁੱਕਾ ਦਿਖਾ, ਉਹ ਕਹਿੰਦਾ ਤੂੰ ਭੱਜੀ ਆ, ਇਹਨਾਂ ਰੁੱਕਾ ਬਾਅਦ ਚ ਦੇਖਣਾ, ਪਹਿਲਾਂ ਸਾਨੂੰ ਪਾੜਨਾ ਹੀ। ਗੱਲ ਠੀਕ ਹੈ। ਸੋ ਉਹ ਗੱਲ ਜਿਹੜੀ ਲੋਕਾਂ ਦੀ ਗੱਲ, ਨੁਕਤੇ ਦੀ ਗੱਲ ਹੈ। ਕਿੱਕੀ ਢਿੱਲੋਂ ਨੇ ਕਿਹਾ ਕਿ ਸਾਨੂੰ ਪਚੀਦਗੀਆਂ ਤੇ ਦੱਸ ਰਹੇ ਹੋ, ਲੋਕ ਇਹ ਪਚੀਦਗੀਆਂ ਤੁਹਾਡੀ ਸੁਣਨ ਨੂੰ ਤਿਆਰ ਨਹੀਂ ਹੈ। ਲੋਕਾਂ ਨੂੰ ਨਹੀਂ ਪਤਾ ਗੁੰਝਲਾਂ ਦਾ, ਤਕਨੀਕੀ ਗੁੰਝਲਾਂ ਦਾ। ਬਿਲਕੁਲ, ਲੋਕਾਂ ਨੂੰ ਸਿਰਫ ਆਪਣਾ ਇਸ਼ਟ ਦਿਸਦਾ ਔਰ ਇਸ਼ਟ ਦੇ ਲਈ ਇਨਸਾਫ ਦਿਸਦਾ ਪਿਆ। ਬਿਲਕੁਲ, ਕਿ ਲੋਕ ਇਸ ਵੇਲੇ ਤੁਹਾਨੂੰ ਸਿਆਸੀ ਤੌਰ ਤੇ ਖਾ ਜਾਣ ਲਈ ਕਾਲੇ ਨੇ ਕਿ ਜੇ ਐਕਸ਼ਨ ਚਾਹਣਾ ਤਾਂ ਨਜ਼ਰ ਆਓ। ਬਿਲਕੁਲ, ਸਿੱਧੇ ਹਿੱਕ ਚ ਵੱਜੋ, ਜਿੰਦਾ ਹੋ ਤਾਂ ਜਿੰਦਾ ਨਜ਼ਰ ਆਣਾ ਚਾਹੀਏ। ਇਹ ਸਵਾਲ ਤਲਖ ਸੀਗੇ, ਇਹ ਚ ਕੋਈ ਦੋਰਾਵਾ ਨਹੀਂ ਕਿ ਗੁਰਦਾਸਪੁਰੀਏ ਦੋਵੇਂ ਮੰਤਰੀ ਇੱਕ ਦੂਜੇ ਨਾਲ ਤਾਂ ਨਿੱਕੇ ਮੋਟੇ ਹੁੰਦੇ ਰਹੇ, ਮੋਹ ਮੁਹੱਬਤ ਨਾਲ, ਲੇਕਿਨ ਮਨਸ਼ਾ ਜਿਹੜੀ ਸਾਰਿਆਂ ਦੀ ਇੱਕੋ ਸੀ ਕਿ ਜਿਹੜੀ ਤੁਰੰਤ ਕਾਰਵਾਈ ਆ ਉਹ ਜੇ ਨਹੀਂ ਹੋਈ, ਅਜੇ ਵੀ ਨਹੀਂ ਹੋਈ, ਕਦੋਂ ਹੋਊਗੀ? ਡੈਮੇਜ ਕੰਟਰੋਲ ਤੋਂ ਗੱਲ ਬਹੁਤ ਅੱਗੇ ਨਿਕਲ ਚੁੱਕੀ ਆ ਔਰ ਇਹ ਕੰਟਰੋਲ ਹੁਣ ਐਕਸ਼ਨ ਨਾਲ ਸੰਭਵ ਹੈ। ਲੇਕਿਨ ਮੁੱਕੀ ਕਿੱਥੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੀ ਜੱਜਮੈਂਟ ਆਉਣ ਤੱਕ ਦੀ ਵੇਟ ਲਈ, ਜੱਜਮੈਂਟ ਆਉਣ ਦੇ ਤੁਰੰਤ ਪ੍ਰਭਾਵ ਨਾਲ ਐਕਸ਼ਨ ਚ ਆਉਣ ਦੇ ਵਾਅਦੇ ਨਾਲ ਇਹ ਗੱਲ ਉੱਠੀ। ਲੇਕਿਨ ਸਰਦਾਰ ਸਾਹਿਬ ਇਹ ਸੱਚ ਰਿਹਾ ਕਿ ਜਿਹੜੀ ਰਿਪੋਰਟ ਜਿਹਦੇ ਆਧਾਰ ਦੇ ਉੱਤੇ ਨਵੀਂ SIT ਦੀ ਸਹਿਮਤੀ ਬਣੀ, ਜਿਸ ਆਧਾਰ ਦੇ ਉੱਤੇ ਗਾਂ ਹਾਈ ਕੋਰਟ ਦੇ ਡਬਲ ਬੈਂਚ ਕੋਲ ਜਾਂ ਸੁਪਰੀਮ ਕੋਰਟ ਜਾਣਾ ਸੀ, ਉਸ ਨੁਕਤਿਆਂ ਦੇ ਉੱਤੇ ਗੱਲ ਅੜੀ ਰਹੀ। ਜਿਹੜੀ ਗੱਲ ਐਡਵੋਕੇਟ ਜਨਰਲ ਨਾਲ ਸੰਬੰਧਿਤ ਸੀਗੀ, ਜਿੱਥੇ ਸੀ ਕਿ ਸਮੇਂ ਠੀਕ ਤਰੀਕੇ ਨਾਲ ਐਡਵੋਕੇਸੀ ਨਹੀਂ ਹੋਈ ਜਾਂ ਬਾਕੀ ਮਸਲੇ ਸੀਗੇ, ਉਹਨਾਂ ਸਾਰੇ ਨੁਕਤਿਆਂ ਤੇ ਵੀ ਗੱਲ ਹੋਈ। ਲੇਕਿਨ ਸੁਣਿਆ ਹੈ ਕਿ ਵੱਡੇ ਐਕਸ਼ਨ ਦੀ ਤਿਆਰੀ ਲਈ ਕਿਹਾ ਗਿਆ, ਲੋਕਾਂ ਨੂੰ ਫੇਸ ਕਰਨ ਲਈ ਤੁਹਾਨੂੰ ਚਿਹਰਾ ਸਾਫ਼ ਸੁਥਰਾ ਦਿਖਾਉਣਾ ਪਊ, ਇਹ ਮੰਨਿਆ ਗਿਆ। ਕਹਿੰਦੇ ਪੋਚੇ ਮਾਰਨ ਦੀ ਰਣਨੀਤੀ ਤੇ ਰਾਜਨੀਤੀ ਛੱਡਣ ਤੋਂ ਬਿਨਾ ਕੋਈ ਗੁਜ਼ਾਰਾ ਨਹੀਂ, ਇਹ ਗੱਲ ਹੋਈ। ਲੇਕਿਨ ਸਵਾਲ ਇਹ ਆ ਕਿ ਹੁੰਦਾ ਦਿਸੂ ਕੁਝ ਤਾਂ ਫਿਰ ਗੱਲ ਆ, ਜੇ ਇੱਥੇ ਗੱਲਾਂ ਕਰਨ ਨੂੰ ਤਾਂ ਅੱਗੇ ਵੀ 4 ਸਾਲ ਹੁੰਦੀਆਂ ਰਹੀਆਂ। ਦੇ ਵਿੱਚ ਕੁਝ ਕਰਕੇ ਦਿਖਾਓਗੇ। ਜੇ ਤੁਸੀਂ ਪਹਿਲੇ ਦੋਸ਼ੀਆਂ ਨੂੰ ਸਜ਼ਾਵਾਂ ਅਜੇ ਤੱਕ ਨਹੀਂ ਦਵਾ ਸਕੇ, ਘੱਟੋ ਘੱਟ ਇਸ ਸਾਰੇ ਸੰਦਰਭ ਦੇ ਵਿੱਚ ਜਿਹੜੇ ਵੀ ਕੋਈ ਸਾਹਮਣੇ ਨੇ ਉਹਨਾਂ ਨੂੰ ਕੋਈ ਸਜ਼ਾ ਜ਼ਰੂਰ ਸੁਣਾ ਦਿਓ। ਇੱਕ ਹੋਰ ਸਵਾਲ ਬਹੁਤ ਵੱਡਾ ਉੱਠਿਆ, ਉਹ ਸਵਾਲ ਇਸ ਮੀਟਿੰਗ ਵਿੱਚ ਤਾਂ ਨਹੀਂ ਉੱਠਿਆ, ਨਵਜੋਤ ਸਿੰਘ ਸਿੱਧੂ ਨੇ ਉਠਾਇਆ ਬੀਤੇ ਦਿਨ। ਅਸੀਂ ਉਹ ਸ਼ਾਇਦ ਉਹਨੂੰ ਨਜ਼ਰਅੰਦਾਜ਼ ਕਰ ਗਏ ਸੀ, ਇਸ ਕਰਕੇ ਕੱਲ ਗੱਲ ਨਹੀਂ ਕੀਤੀ। ਲੇਕਿਨ ਸਵਾਲ ਬਹੁਤ ਪੁਖਤਾ ਹੈ ਤੇ ਉਹਦੇ ਉੱਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਸਿੱਧੂ ਸਾਹਿਬ ਨੇ ਗੱਲ ਕਹੀ ਸੀਗੀ ਕਿ ਹਾਈ ਕੋਰਟ ਦੇ ਵਿੱਚ ਜਦੋਂ ਹਰਪ੍ਰੀਤ ਸਿੰਘ ਸਿੱਧੂ ਜਿਹੜੇ STF ਨਸ਼ਿਆਂ ਦੇ ਖਿਲਾਫ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਸੀ, ਨਸ਼ਿਆਂ ਦੇ ਮਾਮਲੇ 'ਚ ਜਦੋਂ ਹਾਈ ਕੋਰਟ 'ਚ ਉਹਨਾਂ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ, ਬਿਲਕੁਲ ਅਸੀਂ ਅਜੇ ਤੱਕ ਇਹੋ ਹੀ ਕਹਿੰਦੇ ਰਹੇ ਹਾਂ ਕਿ ਉਹ ਰਿਪੋਰਟ ਜਿਹੜੀ ਹੈ ਸ਼ਾਇਦ ਹਾਈ ਕੋਰਟ ਦੇ ਵਿੱਚ ਹੀ ਪਈ ਹੈ ਜੀ। ਲੇਕਿਨ ਉਹਨਾਂ ਨੇ ਕੱਲ ਗਿਆ ਕਿ ਉਹਨਾਂ ਦੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਰਿਪੋਰਟ ਜਿਹੜੀ ਸੀ ਹਾਈ ਕੋਰਟ ਨੇ ਸਰਕਾਰ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਰਾਹੀਂ ਭੇਜ ਦਿੱਤੀ ਸੀ ਕਿ ਕਾਰਵਾਈ ਕੀਤੀ ਜਾਏ ਦੋਸ਼ੀਆਂ ਦੇ ਖਿਲਾਫ। ਅਸੀਂ ਇਹ ਗੱਲ ਬਾਰ-ਬਾਰ ਦੁਹਰਾਉਂਦੇ ਰਹੇ ਹਾਂ ਕਿ ਨਵਜੋਤ ਸਿੰਘ ਜਿਹੜੇ ਸਿੱਧੂ ਗੱਲ ਕਰ ਰਹੇ ਆ ਕਿ ਸੀਲਬੰਦ ਲਿਫਾਫਿਆਂ 'ਚ ਹਾਈ ਕੋਰਟ 'ਚ ਪਈਆਂ ਰਿਪੋਰਟਾਂ ਸਰਕਾਰ ਖਿਲਾਵੇ, ਜਿਨ੍ਹਾਂ 'ਚ ED ਦੇ ਨਰਿੰਜਨ ਸਿੰਘ ਦੀ ਵੀ ਆ, ED ਇਨਫੋਰਸਮੈਂਟ ਡਾਇਰੈਕਟੋਰੇਟ, ਔਰ ਦੂਸਰੇ ਸਾਬਕਾ ADGP ਚੱਟੋਪਾਧਿਆਏ ਉਹਨਾਂ ਦੀ ਰਿਪੋਰਟ, ਬਿਲਕੁਲ ਭੋਲਾ ਕੇਸ ਨਾਲ ਸੰਬੰਧਿਤ ਮਸਲੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਖੁਲਵਾਉਣ ਲਈ ਹਰ ਪੱਧਰ ਤੇ ਲੋਕਾਂ ਨੇ ਕਿਹਾ ਹੈ। ਪ੍ਰਤਾਪ ਬਾਜਵਾ ਨੇ ਵੀ ਕਿਹਾ, ਸਿੱਧੂ ਨੇ ਵੀ ਕਿਹਾ ਸੀ। ਲੇਕਿਨ ਸਿੱਧੂ ਸਾਹਿਬ ਦੀ ਇਹ ਨਵੀਂ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਕਹੀ ਹੈ ਕਿ ਜਿਹੜੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਆ ਉਹ ਸਰਕਾਰ ਕੋਲ ਪਈ ਐਕਸ਼ਨ ਲਈ, ਇਹਦੇ ਉੱਤੇ ਸਰਕਾਰ ਜ਼ਰੂਰ ਸਪਸ਼ਟ ਕਰੇ ਕਿ ਜੇ ਉਹਨਾਂ ਕੋਲ ਪਈ ਆ ਤੇ ਕਾਰਵਾਈ ਕਿਉਂ ਨਹੀਂ ਹੋਈ, ਕਿੰਨੇ ਦੱਬ ਕੇ ਰੱਖੀ। ਜੇ ਨਹੀਂ ਪਈ, ਹਾਈ ਕੋਰਟ ਦੇ ਵਿੱਚ ਆ ਤੇ ਤੁਰੰਤ ਪ੍ਰਭਾਵ ਨਾਲ AG ਆਫਿਸ ਦੇ ਬੰਦੇ ਉਹਨੂੰ ਖਲਵਾਉਣ। ਹੋਰ ਵੀ ਉਠਾਉਂਦੇ ਨੇ, ਉਹ ਕਹਿੰਦੇ ਨੇ ਕਿ ਇਸ ਡਰੱਗ ਰੈਕਟ ਦੇ ਵਿੱਚ ਜਿਹੜਾ ਜਗਦੀਸ਼ ਭੋਲਾ ਸੀਗਾ, ਉਹ ਤੇ ਉਹਦੇ ਸਾਥੀਆਂ ਵੱਲੋਂ ਜਿਹੜੇ ਵੱਡੇ ਮਗਰਮੱਛਾਂ ਦੇ ਨਾਂ ਲਏ ਗਏ ਨੇ, ਉਹਨਾਂ ਦੇ ਖਿਲਾਫ ਕਾਰਵਾਈ ਕੌਣ ਕਰੇਗਾ? ਫਿਰ ਇਹ ਬਣਦਾ ਤਾਂ ਹੈ। ਕਹਿੰਦੇ ਕਿ ਤੁਸੀਂ ਜਦੋਂ ਆਏ ਸੀ ਤੁਸੀਂ ਇਹ ਸਾਰੇ ਵਾਅਦੇ ਕਰਕੇ ਆਏ ਸੀ ਜੀ। ਹੁਣ ਸਵਾਲ ਇਹ ਆ
ਕਿ ਰੰਧਾਵਾ ਜੀ ਇੱਕ ਪਾਸੇ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਦਾ ਮੁੱਦਾ ਉੱਠਿਆ, ਦੂਸਰੇ ਪਾਸੇ STF ਦਾ ਮੁੱਦਾ ਸਾਹਮਣੇ ਆ ਗਿਆ। ਸਰਦਾਰ ਜੀ ਇੱਕ ਤਾਂ ਬੜਾ ਕਾਮਨ ਸਵਾਲ ਆ ਜੀ, ਤੁਹਾਨੂੰ ਯਾਦ ਹੈ ਜੇ ਹਾਈ ਪ੍ਰੋਫਾਈਲ ਲੋਕਾਂ ਦੀ ਗੱਲ ਕਰੀਏ ਹਾਂ, ਤੇ ਸੁਖਪਾਲ ਖਹਿਰਾ ਦੇ ਖਿਲਾਫ ਕਿਸੇ ਨੇ ਨਾਂ ਲਿਆ ਸੀ, ਬਿਲਕੁਲ ਫੋਨ ਡਿਟੇਲਸ ਸੀਗੀਆਂ ਜਾਂ ਜੀ, ਕੁਝ ਜੀ, ਸੀ, ਜੀ, ਉਦੋਂ ਜੀ। ਰੌਲਾ ਪੈਂਦਾ ਰਿਹਾ ਅਕਾਲੀ ਸਰਕਾਰ ਵੇਲੇ। ਜੀ, ਔਰ ਮੇਰਾ ਖਿਆਲ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਜੇ ਮੈਂ ਗਲਤ ਨਹੀਂ ਤੇ ਸੁਪਰੀਮ ਕੋਰਟ ਤੋਂ ਰਾਹਤ ਲੈਣੀ ਪਈ ਜਾ ਕੇ। ਬਿਲਕੁਲ ਇਹੀ ਮਸਲਾ ਜੇ ਇੱਕ ਆਮ ਹਮਾਤੜ ਨਾਲ ਹੁੰਦਾ, ਜੀ, ਕੋਈ ਖੁਦਾ ਨਾ ਖਾਸਤਾ ਕਿਸੇ ਦਾ ਨਾਂ ਕਿਸੇ ਨਾਲ ਜੁੜ ਜਾਂਦਾ ਹੈ, ਜੀ, 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 ਕਿਸੇ ਵੀ ਪੱਧਰ ਤੇ ਪੁਲਿਸ ਵਿਭਾਗ ਵੱਲੋਂ ਜਾਂ ਮਹਿਕਮੇ ਵੱਲੋਂ ਕਿਸੇ ਨੂੰ ਬਖਸ਼ਿਆ ਜਾਂਦਾ, ਨਾ ਸਵਾਲ ਨਹੀਂ ਪੈਦਾ ਹੁੰਦਾ। ਫਿਰ ਇਹਨਾਂ ਮਾਮਲਿਆਂ 'ਚ ਜਿੱਥੇ ਜਿੱਥੇ ਵੀ ਜੋ ਕੁਝ ਵੀ ਵਾਪਰਿਆ ਇੱਕੋ ਰੱਸੇ ਬੰਨ੍ਹ ਦਿਓ ਸਾਰਿਆਂ ਨੂੰ। ਜੀ, ਇਹ ਲੋਕ ਸਵਾਲ ਉਠਾਉਂਦੇ, ਹੁਣ ਸਿੱਧੂ ਨੇ ਉਠਾਇਆ। ਜੀ, ਹੁਣ ਇੱਕ ਥੋੜਾ ਜਿਹਾ ਗਾਹ ਤੁਰ ਪਈਏ। ਸਿਆਸਤ ਦਾ ਇੱਕ ਸਵਰੂਪ ਅਸੀਂ ਕਾਫੀ ਦਿਨਾਂ ਦਾ ਛੱਡਿਆ ਹੋਇਆ, ਉਹ ਸੀ ਦਿੱਲੀ ਕਮੇਟੀ ਦੀ ਚੋਣ। ਦਿੱਲੀ 'ਚ ਬਿਲਕੁਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ 'ਚ ਜੀ, ਜੀ, ਆਪਣੇ ਖੇਤਰੀ ਪਾਰਟੀ ਦੇ ਵੱਡੇ ਆਗੂ ਜੀ, ਬਾਦਲ ਪਰਿਵਾਰ ਦੇ ਜਿਹੜੇ ਸਭ ਤੋਂ ਸਿਖਰਲੇ ਚਿਹਰੇ ਆ, ਜੀ, ਜੀ, ਉਹ ਅਜੇ ਵੀ ਨਦਾਰਦ ਨੇ। ਵੋਟਾਂ ਤਾਂ ਥੋੜੇ ਦਿਨਾਂ ਤੱਕ ਪੈਣੀਆਂ। ਨਹੀਂ, ਹੇਠਲੇ ਚਿਹਰੇ ਕਿਹੜੇ ਉੱਥੇ ਪਹੁੰਚ ਗਏ ਨੇ। ਜਿਹੜੀ ਸਭ ਤੋਂ ਵੱਡੀ ਤਰਾਸਦੀ ਆ ਜੀ, ਉਹ 2017 ਵਾਲੀ ਬਰਕਰਾਰ ਹੈ ਹੂੰ, ਕਿ ਉੱਥੇ ਚੋਣ ਨਿਸ਼ਾਨ ਬਾਲਟੀ ਦੇ ਉੱਤੇ ਚੋਣਾਂ ਤੇ ਲੜੀਆਂ ਜਾ ਰਹੀਆਂ, ਹੂੰ, ਲੇਕਿਨ ਕੋਈ ਵੀ ਪਾਰਟੀ ਦਾ ਲੀਡਰ ਉੱਥੇ ਨਹੀਂ ਹੈ। ਪਾਰਟੀ ਪ੍ਰਧਾਨ ਦੀ ਤਸਵੀਰ ਜਿਹੜੀ ਆ ਉਹ ਕਿਸੇ ਚੋਣ ਮੈਨੀਫੈਸਟੋ ਦੇ ਉੱਤੇ ਜਾਂ ਪੋਸਟਰ ਦੇ ਉੱਤੇ ਕਿਸੇ ਉਮੀਦਵਾਰ ਦੇ ਨਾਲ ਨਹੀਂ ਹੈ। ਜੀ, 46 ਸੀਟਾਂ ਨੇ ਟੋਟਲ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ। ਜਿੱਥੋਂ ਤੱਕ ਦੂਸਰਿਆਂ ਦਾ ਸਵਾਲ ਹੈ, ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਕੁਛ ਹੱਦ ਤੱਕ ਆਪਸ ਵਿੱਚ ਸਹਿਮਤੀ ਹੈ। ਜੀ, ਸਰਨਿਆਂ ਨੇ ਟੋਟਲ 35 ਸੀਟਾਂ ਜਿਹੜੀਆਂ ਨੇ ਉੱਥੋਂ ਆਪਣੇ ਉਮੀਦਵਾਰ ਖੜੇ ਕੀਤੇ। ਹੂੰ, 2 ਸੀਟਾਂ ਮਨਜੀਤ ਸਿੰਘ ਜੀਕੇ ਤੇ ਉਹਨਾਂ ਦੇ ਭਰਾ ਹਰਜੀਤ ਸਿੰਘ ਜੀਕੇ ਲਈ ਛੱਡ ਦਿੱਤੀਆਂ ਕਿ ਅਸੀਂ ਤੁਹਾਡੇ ਖਿਲਾਫ, ਤੁਹਾਡੇ ਵਿਰੋਧ 'ਚ ਉਮੀਦਵਾਰ ਨਹੀਂ ਖੜਾ ਕਰ ਰਹੇ। ਜੀ, ਇੱਕ ਸੀਟ ਉੱਥੇ ਛੱਡੀ ਗਈ ਹੈ ਤਰਵਿੰਦਰ ਸਿੰਘ ਮਰਵਾਹਾ, ਜਿਹੜੇ ਕੇਂਦਰੀ ਸਿੰਘ ਸਭਾ ਵੱਲੋਂ ਆਜ਼ਾਦ ਹੀ ਖੜਦੇ ਨੇ ਤੇ ਜਿੱਤਦੇ ਨੇ, ਜੀ, ਉਹਨਾਂ ਲਈ। ਬਾਕੀ ਜਿਹੜੀਆਂ 8 ਸੀਟਾਂ ਨੇ ਉਹ ਭਾਈ ਰਣਜੀਤ ਸਿੰਘ ਵਾਸਤੇ ਛੱਡ ਦਿੱਤੀਆਂ ਗਈਆਂ ਨੇ। ਔਰ ਅਕਾਲੀ ਦਲ ਬਾਦਲ ਸਾਰੀਆਂ ਸੀਟਾਂ ਤੇ ਲੜ ਰਿਹਾ। ਸਾਰੀਆਂ ਸੀਟਾਂ ਤੇ ਲੜ ਰਿਹਾ। ਹੂੰ, ਲੇਕਿਨ ਉਹਦੇ ਨਾਲ ਇੱਕੋ ਜਿਹੜਾ ਤੁਹਾਡਾ ਹੋਰ ਸੰਗਠਨ ਆ ਪੰਥਕ ਸੇਵਾ ਦਲ, ਉਹ ਵੀ ਆਪਣੇ ਤੌਰ ਤੇ ਲੱਗਾ ਹੋਇਆ, ਵਡਾਲਾ ਸਾਹਿਬ ਦਾ। ਵਡਾਲਾ ਸਾਹਿਬ ਦਾ। ਲੇਕਿਨ ਸਵਾਲ ਫਿਰ ਉਹੀ ਆ ਕਿ ਸਰਨਾ ਭਰਾ ਬੜੇ ਫਖਰ ਦੇ ਨਾਲ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਆ। ਮਨਜੀਤ ਸਿੰਘ ਜੀ ਕੇ ਨਿਰੰਤਰ ਜਿੰਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰੇ ਨੇ, ਉਹਨਾਂ ਦੇ ਲਈ ਜੋ ਉਹਨਾਂ ਜਾਂ ਉਹਨਾਂ ਦੇ ਪੁਰਖਿਆਂ ਨੇ ਕੀਤਾ, ਉਹਦੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਚਲਾ ਰਹੇ ਨੇ। ਲੇਕਿਨ ਅਜੇ ਤੱਕ ਮਨਜਿੰਦਰ ਸਿੰਘ ਸਰਸਾ ਦੀ ਬਾਂਹ ਫੜਨ ਲਈ ਕੋਈ ਵੀ ਸ਼ਖਸ ਪੰਜਾਬ 'ਚ ਉਧਰ ਨੂੰ ਨਹੀਂ ਗਿਆ। ਨਹੀਂ, ਮੁਸ਼ਕਲ ਇਹ ਆ ਕਿ ਮਨਜਿੰਦਰ ਸਿੰਘ ਸਿਰਸਾ ਕੱਲਿਆਂ ਹੀ ਵੈਸੇ ਕਾਫੀ ਤਗੜੀ ਕੈਂਪੇਨ ਕਰ ਰਹੇ ਆ ਜੀ। ਅੱਜ ਵੀ ਉਹਨਾਂ ਜਿਹੜੇ ਦੀਪ ਸਿੱਧੂ ਦੀ ਰਿਹਾਈ ਗੱਲ ਤੇ ਹੈ ਨਾ ਰਲਾਵਾ ਜੀ, ਜਦੋਂ ਜਿੱਤਣਾ ਆ ਅਸੀਂ ਜਿੱਤ ਕੇ, ਇਹ ਜਿੱਤ ਕਿਹਦੀ ਝੋਲੀ ਪਾਉਣੀ ਆ। ਨਹੀਂ, ਮੈਂ ਇਹ ਕਹਿਣਾ ਸਰਦਾਰ ਜੀ ਕਿ ਇੱਕ ਅਕਾਲੀ ਦਲ ਦਾ ਇਤਿਹਾਸ ਰਿਹਾ ਜੀ ਕਿ ਜਿੱਥੇ ਜ਼ਮੀਨੀ ਚੋਣ ਹੋਵੇ ਜਾਂ ਇਸ ਤਰ੍ਹਾਂ ਗੁਰੂ ਘਰਾਂ ਨਾਲ ਸੰਬੰਧਿਤ ਕੋਈ ਚੋਣ ਹੋਵੇ, ਉੱਥੇ ਲਾਮ ਲਸ਼ਕਰ ਨਾਲ ਹਜ਼ਾਰਾਂ ਦੀ ਗਿਣਤੀ 'ਚ ਵਰਕਰ ਜਾਂਦੇ ਨੇ। 2013 'ਚ ਜਿਹੜੀ 2013 ਦੀ ਚੋਣ ਹੈ, ਉਹਦੇ ਤੇ ਜਿੱਥੋਂ ਤੱਕ ਮੇਰੀ ਜਾਣਕਾਰੀ, ਕਿਉਂਕਿ ਮੈਂ ਉਹ ਚੋਣਾਂ ਨਾਲ ਜੁੜਿਆ ਰਿਹਾ ਜੀ, ਉਸ ਵੇਲੇ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਤਤਕਾਲੀਨ ਜਥੇਦਾਰ ਸੀ ਗਿਆਨੀ ਗੁਰਬਚਨ ਸਿੰਘ, ਉਹ ਵੀ ਅਕਾਲੀ ਦਲ ਬਾਦਲ ਵੱਲ ਉੱਥੇ ਜਾਂਦੇ ਰਹੇ ਨੇ। ਉਹ ਵੀ ਜਾਂਦੇ ਰਹੇ ਨੇ ਪ੍ਰਚਾਰ ਦੇ ਲਈ। ਪ੍ਰਚਾਰ ਉਹਨਾਂ ਦਾ ਭਾਵੇਂ ਧਾਰਮਿਕ ਚੀਜ਼ਾਂ ਸੀ, ਲੇਕਿਨ ਹੁੰਦਾ ਰਿਹਾ। ਲੇਕਿਨ ਹੁਣ ਹਾਲਾਤ ਆ ਕਿ ਉੱਥੇ ਕਥਾ ਵਾਸਤੇ ਤੇ ਸੰਤ ਮਹਾਂਪੁਰਸ਼ ਜਾਂਦੇ ਨੇ, ਸਾਡੇ ਜਥੇਦਾਰ ਵੀ ਜਾਂਦੇ ਨੇ, ਲੇਕਿਨ ਕੋਈ ਇਹ ਨਹੀਂ ਕਹਿੰਦਾ ਕਿ ਵੋਟ ਪਾ ਦਿਓ ਕਿਸੇ ਨੂੰ। ਪਰ ਮੈਂ ਇਹੀ ਪੁੱਛਦਾ, ਚਲੋ ਇੱਕ ਤੇ ਚੰਗੀ ਗੱਲ ਆ ਕਿ ਜੇ ਇਸ ਤਰ੍ਹਾਂ ਸੋਚੀਏ ਕਿ ਸਿਆਸਤ ਆਪ ਮੁਹਾਰੇ ਬਾਹਰ ਹੋ ਰਹੀ ਦਿੱਲੀ ਦੀ ਕਮੇਟੀ ਚੋਂ, ਬਿਲਕੁਲ ਜੇ ਇਸ ਤਰ੍ਹਾਂ ਦੀ ਸਿਆਸਤ, ਪੰਜਾਬ ਦਾ ਦਖਲ ਘਟ ਰਿਹਾ, ਦਿੱਲੀ ਦੇ ਸਿੱਖਾਂ ਨੂੰ ਫੈਸਲਾ ਕਰਨਾ ਚਾਹੀਦਾ। ਪੰਜਾਬ ਦਾ ਦਖਲ ਨਹੀਂ ਘਟ ਗਿਆ, ਪੰਜਾਬ ਬਚਦਾ ਕਿਤੇ ਉਧਰ ਦਾ ਪਰਛਾਵਾਂ ਸਾਡੇ ਉੱਤੇ ਨਾ ਪੈ ਜਾਵੇ। ਅੱਛਾ, ਤੁਹਾਨੂੰ ਯਾਦ ਆ? ਨਹੀਂ, ਕਿਤੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਪਰਛਾਵਾਂ ਨਾ। ਉਹਨਾਂ ਕਿਹਾ ਸੀ ਕਿ ਦਿੱਲੀ ਦੇ ਚੋਣ ਕਮਿਸ਼ਨ ਨੇ ਕਿਹਾ ਸੀ, ਗੁਰਦੁਆਰਾ ਚੋਣ ਕਮਿਸ਼ਨ ਨੇ, ਉਹ ਸ਼ਖਸ, ਉਹ ਪਾਰਟੀਆਂ ਇੱਧਰ ਵੋਟ ਲੈਣ ਲਈ ਆਉਣ, ਚੋਣਾਂ ਲੜਨ ਲਈ ਆਉਣ ਜਿਹੜੀਆਂ ਧਾਰਮਿਕ ਨੇ, ਤੇ ਅਸੀਂ ਤੇ ਇੱਧਰ ਸਿਆਸੀ ਆ ਪੂਰੀ ਤਰ੍ਹਾਂ। ਨਹੀਂ, ਪਰ ਸਿਆਸਤ ਤੇ ਧਰਮ ਇਕੱਠੇ ਰਹੇ ਆ, ਇਹ ਸਿਰਸਾ ਸਾਹਿਬ ਨੇ ਕਿਹਾ, ਤੇ ਉਹ ਕਹਿੰਦੇ ਸੀ ਇਹ ਮੈਂ ਕਹਿਣ ਨੂੰ ਤੇ ਬਹੁਤ ਕੁਛ ਹੈ,
ਕਹਿਣ ਨੂੰ ਤੇ ਬਹੁਤ ਕੁਛ ਹੈ, ਔਰ ਧਰਮ ਨੇ ਵੀ ਕੁਰਬਾਨੀਆਂ ਦਿੱਤੀਆਂ ਨੇ ਜੀ। ਲੇਕਿਨ ਜਿਹੜਾ ਸਾਡਾ ਧਰਮ ਆ ਉਹ ਸਿਰਫ ਸੱਤਾ ਦੀ ਗੱਲ ਨਹੀਂ ਕਰਦਾ, ਬਿਲਕੁਲ ਠੀਕ ਹੈ। ਉਹ ਸੇਵਾ ਦੀ ਗੱਲ ਕਰਦਾ। ਹੂੰ, ਠੀਕ ਹੈ ਜੀ, ਕਿਰਤ ਦੀ ਗੱਲ ਕਰਦਾ। ਤੇ ਜੇ ਤੁਹਾਡੇ ਕੋਲ ਸੇਵਾ ਜਿਹੜੀ ਆ, ਤੁਹਾਡੀ ਸੇਵਾ ਦੇ ਉੱਤੇ ਸਵਾਲੀਆ ਚਿੰਨ੍ਹ ਲੱਗਾ ਹੋਇਆ, ਤੇ ਫਿਰ ਤੁਸੀਂ ਕੀ ਕਰਦੇ ਹੋ? ਇਹ ਦਿਲਚਸਪ ਮਾਜਰਾ ਹੈ ਕਿ ਜਿਹੜੇ ਮਾਲਕ ਨੇ, ਜਿਹੜੇ ਫੈਸਲੇ ਲੈਂਦੇ ਨੇ, ਔਰ ਕਹਿੰਦੇ ਹੁੰਦੇ ਨਾ ਤਾਨਾਸ਼ਾਹੀ ਨਹੀਂ ਕਹੀਦਾ, ਡਿਕਟੇਟਰਸ਼ਿਪ ਨਹੀਂ ਕਹੀਦਾ, ਲੇਕਿਨ ਜਦੋਂ ਇੱਕੋ ਹੀ ਬੰਦਾ ਫੈਸਲਾ ਜਾਂ ਇੱਕ ਪਰਿਵਾਰ ਫੈਸਲਾ ਲੈ ਰਿਹਾ ਹੋਵੇ, ਹਾਲਾਤ ਇਹੋ ਹੀ ਹੁੰਦੇ ਆ ਬਿਲਕੁਲ ਕਿ ਉਹਨਾਂ ਦੀ ਪੈੜ ਚੋਂ ਪੈਰ ਨਹੀਂ ਕੱਢਿਆ ਜਾ ਸਕਦਾ। ਸਹੀ ਗੱਲ। ਲੇਕਿਨ ਜੇ ਉਹਨਾਂ ਨੂੰ ਇਸ ਤਰ੍ਹਾਂ ਦੀ ਸਥਿਤੀ ਨਾਲ ਸਾਹਮਣਾ ਹੋਵੇ ਕਿ ਤੁਹਾਡੀ ਨਾ ਫੋਟੋ ਹੋਵੇ, ਨਾ ਤੁਸੀਂ ਜਾ ਸਕੋ, ਤੁਹਾਡਾ ਹੀ ਸਭ ਕੁਝ ਹੋਵੇ, ਤੁਸੀਂ ਕਿਸੇ ਦੇ ਚਿਹਰੇ ਤੇ ਕਿਸੇ ਦੇ ਆਸਰੇ ਲੜ ਰਹੇ ਹੋਵੋ, ਫਿਰ ਤੁਹਾਡਾ ਆਪਣਾ ਬਚਦਾ ਵੀ ਕੀ ਹੈ? ਬਿਲਕੁਲ ਇਹੀ ਹੋਇਆ ਸੀ ਮਨਜੀਤ ਸਿੰਘ ਜੀਕੇ ਨਾਲ। ਲੇਕਿਨ ਜੇਕਰ ਇੰਜ ਹੀ ਹੋ ਕੇ ਕੱਲ ਨੂੰ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਹਾਸ਼ੀਏ ਤੇ ਹੋ ਜਾਂਦੇ ਆ, ਦੇਖਣਾ ਹੋਊਗਾ ਕਿ ਗਾਂ ਅਗਲੇ ਸਮਿਆਂ ਦੇ ਵਿੱਚ ਕੌਣ ਖੜੂ ਤੇ ਕੌਣ ਲੜੂ। ਲੇਕਿਨ ਇਸ ਵੇਲੇ ਅਕਾਲੀ ਦਲ ਇਤਿਹਾਸਕ ਪਾਰਟੀ ਉਹ ਆਪਣੇ ਫੇਸ ਨਾਲ ਲੋਕਾਂ ਦਾ ਸਾਹਮਣਾ ਨਹੀਂ ਕਰ ਰਹੀ। ਬਿਲਕੁਲ। ਔਰ ਉਸ ਵਕਤ ਜਦੋਂ ਅਕਾਲੀ ਦਲ 101ਵੇਂ ਸਾਲ ਦੇ ਵਿੱਚ ਦਾਖਲ ਹੋ ਚੁੱਕਾ, 100ਵੇਂ ਸਾਲ 'ਚ ਇਸ ਤਰ੍ਹਾਂ ਵਾਪਰ ਜਾਣਾ ਇੱਕ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੈ। ਮੁਲਾਂਕਣ ਪਾਰਟੀ ਦੇ ਅੰਦਰ ਹੁੰਦੇ ਆ, ਸਮੀਖਿਆ ਅੰਦਰ ਹੁੰਦੀ ਆ, ਚਰਚਾ ਅੰਦਰ ਹੁੰਦੀ ਆ, ਬਹਿਸਾਂ ਅੰਦਰ ਹੁੰਦੀਆਂ, ਤੇ ਜਦੋਂ ਸਾਰੇ ਮੰਚ ਬਹਿਸਾਂ ਵਾਲੇ ਖਾਮੋਸ਼ ਹੋ ਜਾਂਦੇ ਆ ਅੰਦਰਲੇ, ਫਿਰ ਬਾਹਰ ਗੱਲਾਂ ਹੁੰਦੀਆਂ। ਤੇ ਜਦੋਂ ਬਾਹਰ ਗੱਲਾਂ ਹੁੰਦੀਆਂ ਉਹਨਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹੀ ਗੱਲਾਂ ਹੋ ਰਹੀਆਂ ਜੋ ਤੁਸੀਂ ਮਟੀਰੀਅਲ ਮੁਹੱਈਆ ਕਰਵਾ ਰਹੇ ਹੁੰਦੇ ਹੋ। ਗੱਲ ਤਾਂ ਤੁਰੂਗੀ ਜਦੋਂ ਤੁਸੀਂ ਵਿਸ਼ਾ ਦਿਓਗੇ। ਬਹੁਤ ਮਿਹਰਬਾਨੀ।